ਇਹ ਸਵਾਲ ਬਹੁਤੇ ਸਰੋਤਿਆਂ ਨੂੰ ਲਾਭਕਾਰੀ ਹੋਵੇਗਾ। ਧਿਆਨਪੂਰਵਕ ਸਮਝਣ ਦੀ ਕੋਸ਼ਿਸ਼ ਕਰਿਓ। ਆਪਣੇ ਮੈਂ ਨੂੰ ਆਪਣੀ ਬੁੱਧੀ ਅਤੇ ਆਪਣੇ ਵਿਚਾਰਾਂ ਤੋਂ ਅਲੱਗ ਮਹਿਸੂਸ ਕਰਨ ਵਿੱਚ ਅਤੇ ਆਪਣੀ ਮੈਂ ਤੋਂ ਮੁਕਤ ਹੋਣ ਵਿੱਚ ਕੀ ਫਰਕ ਹੈ? ਆਪਣੇ ਮਨ, ਆਪਣੀ ਬੁੱਧੀ, ਆਪਣੇ ਵਿਚਾਰਾਂ ਤੋਂ ਮੁਕਤ ਹੋਣ ਵਿੱਚ ਤੇ ਮੁਕਤੀ ਬਾਰੇ ਸੋਚਣ ਵਿੱਚ ਬਹੁਤ ਫਰਕ ਹੈ। ਹੁਣ ਕੋਈ ਮਹਿਸੂਸ ਕਰ ਸਕਦਾ ਹੈ ਕਿ ਮੈਂ ਮਨ ਤੋਂ ਅਲੱਗਾ ਹਾਂ, ਵਿਚਾਰਾਂ ਤੋਂ, ਮੈਂ ਬੁੱਧੀ ਤੋਂ ਅਲੱਗਾ ਹਾਂ, ਪਰ ਜਿਹੜਾ ਸੋਚ ਰਿਹਾ ਹੈ ਉਹ ਕੌਣ ਹੈ? ਉਹ ਵੀ ਤਾਂ ਮਨ ਹੀ ਹੈ ਨਾ। ਮਨ ਹੀ ਮਨ ਸਿਉ ਕਹੈ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਮਨ ਹੀ ਕਹਿ ਰਿਹਾ ਹੈ ਵੀ ਮੈਂ ਮਨ ਤੋਂ ਜੁਦਾ ਹੋ ਗਿਆ। ਜੁਦਾ ਹੋਇਆ ਥੋੜ੍ਹੀ, ਮਨ ਨੇ ਹੀ ਖਿਆਲ ਕੀਤਾ। ਅਤੇ ਜ਼ਿਆਦਾਤਰ ਧਾਰਮਿਕ ਲੋਕ ਜਿਹੜੇ ਹਨ ਨਾ, ਇਹਨਾਂ ਖਿਆਲਾਂ ਦੇ ਵਿੱਚ ਹੀ ਉਲਝੇ ਹੋਏ ਹਨ। ਆਮ ਸਧਾਰਨ ਤੁਸੀਂ ਦੇਖਿਆ ਹੋਵੇਗਾ, ਅਕਸਰ ਲੋਕ ਕਹਿ ਦਿੰਦੇ ਹਨ ਵੀ ਕੋਈ ਕਿਸੇ ਦਾ ਨਹੀਂ ਹੈ ਇੱਥੇ, ਸਭ ਝੂਠੇ ਰਿਸ਼ਤੇ ਨਾਤੇ ਹਨ, ਸਭ ਮਤਲਬੀ ਯਾਰ ਹਨ, ਕੋਈ ਹੈ ਕਿਸੇ ਦਾ? ਸਭ ਝੂਠ ਹੀ ਝੂਠ ਹੈ। ਗੁਰੂ ਸਾਹਿਬ ਜੀ ਨੇ ਕਿਹਾ ਤੇ ਹੈ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਝੂਠ ਹੈ, ਪਰ ਜਿਹੜੇ ਕਹਿ ਰਹੇ ਹਨ ਉਹਨਾਂ ਦਾ ਝੂਠ ਤੋਂ ਛੁਟਕਾਰਾ ਥੋੜ੍ਹੀ ਹੋਇਆ। ਅਤੇ ਕੁਛ ਲੋਕ ਕਹਿੰਦੇ ਤੁਹਾਨੂੰ ਮਿਲਣਗੇ, ਸਭ ਕੁਛ ਹੁਕਮ ਅਨੁਸਾਰ ਹੋ ਰਿਹਾ ਜੀ, ਰਜਾ 'ਚ ਹੀ ਹੋ ਰਿਹਾ, ਰੱਬ ਹੀ ਕਰ ਰਿਹਾ ਸਾਰਾ ਕੁਛ, ਕਿਸੇ ਦੇ ਵੱਸ ਦੀ ਗੱਲ ਥੋੜ੍ਹੀ। ਉਹ ਵੀ ਦੁਖੀ ਸੁਖੀ ਹੁੰਦੇ ਹਨ, ਉਹ ਵੀ ਪਰੇਸ਼ਾਨ ਹੋ ਰਹੇ ਹਨ। ਜਦੋਂ ਸਭ ਕੁਛ ਰੱਬ ਹੀ ਕਰ ਰਿਹਾ ਹੈ ਫਿਰ ਪਰੇਸ਼ਾਨੀ ਕਿੱਥੋਂ ਆਉਂਦੀ? ਫਿਰ ਤਾਂ ਦੁਖੀ ਹੋਣ ਦਾ ਕਾਰਨ ਨਹੀਂ ਹੈ ਨਾ। ਚੰਗਾ ਹੋ ਗਿਆ ਤਾਂ ਰੱਬ ਨੇ ਕੀਤਾ, ਮਾੜਾ ਹੋ ਗਿਆ ਤਾਂ, ਲਾਭ ਹੋ ਗਿਆ ਤਾਂ ਹਾਨੀ ਹੋ ਗਈ, ਤਾਂ ਸੁੱਖ ਮਿਲਿਆ ਤਾਂ ਦੁੱਖ ਮਿਲਿਆ। ਪਰ ਸੁੱਖ ਦੁੱਖ ਦੇ ਵਿੱਚ ਸਮ ਥੋੜ੍ਹੀ ਹਨ। ਇਵੇਂ ਹੀ ਲੋਕ ਮੁਕਤੀ ਦਾ ਵੀ ਖਿਆਲ ਕਰ ਲੈਂਦੇ ਹਨ ਕਿ ਮੈਂ ਮੁਕਤ ਹਾਂ, ਅਤੇ ਖਿਆਲ ਕਰਕੇ ਮੁਕਤ ਥੋੜ੍ਹੀ ਹੋ ਜਾਣਾ। ਜਿਹੜਾ ਖਿਆਲ ਕਰਨ ਵਾਲਾ ਹੈ ਉਹ ਤਾਂ ਬੰਧਿਆ ਹੀ ਹੋਇਆ ਹੈ ਨਾ। ਮੁਕਤੀ ਦਾ ਖਿਆਲ ਥੋੜ੍ਹੀ ਹੁੰਦਾ ਹੈ, ਰੱਬ ਤੁਹਾਡੇ ਖਿਆਲ ਵਿੱਚ ਥੋੜ੍ਹੀ ਆਉਂਦਾ ਹੈ। ਖਿਆਲ ਵਿੱਚ ਸੰਸਾਰ ਆਉਂਦਾ ਹੈ। ਜਿਵੇਂ ਪਿੱਛੇ ਆਪਾਂ ਵਿਚਾਰ ਕੀਤੀ ਸੀ ਨਾ, ਵੀ ਜਿਹਨੇ ਜਾਣਿਆ ਸੀ ਉਹਨੇ ਕਿਹਾ ਸੀ ਅਹੰ ਬ੍ਰਹਮ ਅਸਮੀ, ਪਰ ਉਹਨੇ ਅਹੰ ਆਪਣੇ ਨਾਲ ਨਹੀਂ ਸੀ ਲਾਇਆ, ਸਮੱਗਰ ਦੇ ਨਾਲ ਲਾਇਆ। ਮੈਂ ਸਮੱਗਰ ਦੇ ਵਿੱਚ ਹਾਂ, ਬਾਹਰ ਥੋੜ੍ਹੀ। ਅਤੇ ਤੁਹਾਨੂੰ ਦੂਸਰਿਆਂ ਨੂੰ ਸਾਰਿਆਂ ਨੂੰ ਅਲੱਗਾ ਕਰਕੇ ਥੋੜ੍ਹੀ ਦੇਖ ਰਹੇ ਹੋ। ਆਮ ਜਦੋਂ ਕੋਈ ਸੁਣਦਾ ਹੈ ਇਸ ਗੱਲ ਨੂੰ ਤਾਂ ਇਹੋ ਹੀ ਸੋਚਦਾ ਹੈ ਮੈਂ ਪਰਮਾਤਮਾ ਹੋ ਜਾਣਾ,
ਮੈਂ ਰੱਬ ਹਾਂ, ਪਿੱਛੇ ਕਿਸੇ ਨੇ ਕਿਹਾ ਸੀ ਨਾ। ਹੁਣ ਮੈਂ ਰੱਬ ਹਾਂ ਇਹ ਵੀ ਤੁਸੀਂ ਕਲਪਨਾ ਕਰ ਸਕਦੇ ਹੋ, ਅਤੇ ਇਸ ਕਲਪਨਾ ਦੇ ਵਿੱਚ ਵੀ ਬਹੁਤ ਧਾਰਮਿਕ ਲੋਕ ਜੀਂਦੇ ਆ। ਅਤੇ ਕਲਪਨਾ ਵੀ ਮਨ ਕਰਦਾ ਹੈ, ਇਹ ਖਿਆਲ ਵਿੱਚ ਰੱਖਣਾ ਹੈ। ਜ਼ਿਆਦਾਤਰ ਸਿੱਖ ਜਿਹੜੇ ਸ਼ਬਦ ਗੁਰੂ ਦੇ ਉਪਾਸ਼ਕ ਹਨ, ਜਿਹੜੇ ਕਹਿੰਦੇ ਹਨ ਹੋਰ ਕਿਸੇ ਨੂੰ ਨਹੀਂ ਮੰਨਣਾ ਹੈ, ਉਹ ਜਾਂ ਤਾਂ ਕਲਪਨਾ ਦੇ ਵਿੱਚ ਉਲਝ ਜਾਂਦੇ ਹਨ, ਕਿਉਂਕਿ ਸ਼ਬਦ ਗੁਰੂ ਦੇ ਨਾਲ ਜੁੜਨਾ ਬਹੁਤ ਔਖਾ ਹੈ। ਸ਼ਬਦ ਦੇ ਵਿੱਚ ਸੁਰਤ ਜੋੜਨੀ ਨਾ ਅਜੋਕੇ ਸਮੇਂ ਦੇ ਵਿੱਚ ਬਹੁਤ ਕਠਿਨ ਹੈ। ਕੱਲ੍ਹ ਹੀ ਮੈਨੂੰ ਸ਼ਹਿਰ ਜਾਣ ਦਾ ਮੌਕਾ ਮਿਲਿਆ, ਬਹੁਤ ਜ਼ਿਆਦਾ ਜ਼ਰੂਰੀ ਹੋਵੇ ਤਾਂ ਮੈਂ ਜਾਂਦਾ ਹਾਂ, ਅਤੇ ਉੱਥੇ ਇਹ ਸੁਣਨ ਵਾਲੇ ਜਿੰਨੇ ਸਰੋਤੇ ਹਨ, ਸਤਸੰਗੀ ਹਨ, ਇਹ ਵੀ ਮਿਲਣ ਵਾਸਤੇ ਆਏ। ਅਤੇ ਇਹਨਾਂ ਦੇ ਨਾਲ ਮੈਂ ਰਹਿ ਕੇ ਉੱਥੇ ਇੱਕੋ ਹੀ ਗੱਲ ਖਿਆਲ ਵਿੱਚ ਆਈ ਵੀ ਜਿਹੜੇ ਸੰਸਾਰ ਦੇ ਵਿੱਚ ਰਹਿ ਰਹੇ ਹਨ, ਇਸ ਸੰਸਾਰ ਦੇ ਵਿੱਚ ਸੁਰਤ ਜੋੜਨੀ ਬਹੁਤ ਔਖੀ ਹੈ, ਕਿਉਂਕਿ ਇਹ ਬੁੱਧੀ ਕਰਕੇ ਇੱਕ ਛਿਨ ਵੀ ਵਿਚਾਰਾਂ ਤੋਂ ਮੁਕਤ ਨਹੀਂ ਹੋ ਰਹੇ ਹਨ, ਅਤੇ ਜ਼ਿਆਦਾਤਰ ਸੁਰਤ ਯੋਗ ਦਾ ਹੀ ਮਾਰਗ ਪੁੱਛਦੇ ਹਨ, ਕਿਉਂਕਿ ਝੁਕਣਾ ਕੋਈ ਨਹੀਂ ਨਾ ਚਾਹੁੰਦਾ ਹੈ। ਅਤੇ ਸ਼ਬਦ ਦੇ ਵਿੱਚ ਸੁਰਤ ਗੁਰੂ ਤੇਗ ਬਹਾਦਰ ਵਰਗਾ ਹੀ ਜੋੜ ਸਕਦਾ ਹੈ। ਹੁਣ ਜਿਹੜੇ ਸ਼ਹਿਰਾਂ 'ਚ ਰਹਿ ਰਹੇ ਹਨ ਪ੍ਰੇਮੀ, ਇਹ ਸਤਸੰਗੀ, ਇਹ ਸੇਵਾ ਦਾ ਵੀ ਕੰਮ ਕਰਦੇ ਹਨ ਨਾਲ, ਅਤੇ ਆਪਣੇ ਰੁਝੇਵੇਂ ਵੀ ਹਨ, ਕਾਰੋਬਾਰ ਵੀ ਹਨ, ਅਤੇ ਬਹੁਤ ਮਨ ਬਿਜੀ ਹੈ। ਕਦੀ ਟੈਲੀਫੋਨ ਦੇ ਵਿੱਚ ਕਿਸੇ ਨਾਲ ਗੱਲ ਵੀ ਕਰ ਰਹੇ ਹਨ, ਮੈਨੂੰ ਵੀ ਜਵਾਬ ਦੇ ਰਹੇ ਹਨ, ਗੱਡੀ ਵੀ ਚਲਾ ਰਹੇ ਹਨ, ਅਤੇ ਕੁਛ ਮਿੰਟ ਬਾਅਦ ਹਰ ਇੱਕ ਨੂੰ ਟੈਲੀਫੋਨ ਆ ਰਹੇ ਹਨ, ਵਿਚਾਰਾਂ ਚੱਲ ਰਹੀਆਂ ਹਨ, ਕਦੀ ਇੱਧਰ ਦੀਆਂ ਕਾਰੋਬਾਰ ਦੀਆਂ, ਕਦੀ ਸੇਵਾ ਦੀਆਂ, ਕਦੀ ਕਿੱਧਰ ਦੀਆਂ। ਅਤੇ ਜੇ ਇੰਨੀਆਂ ਵਿਚਾਰਾਂ ਦੇ ਵਿੱਚ ਤੁਸੀਂ ਸਾਰੀ ਦਿਹਾੜੀ ਰਹੋਗੇ ਅਤੇ ਰਾਤ ਨੂੰ ਮਨ ਟਿਕੂਗਾ ਥੋੜ੍ਹੀ। ਇੰਨੀ ਸਪੀਡ 'ਚ ਜਿਹੜਾ ਚੱਲ ਰਿਹਾ ਹੈ ਸਾਰੀ ਦਿਹਾੜੀ ਵਿਚਾਰ ਹੀ ਵਿਚਾਰ, ਅਤੇ ਸ਼ਬਦ ਦੇ ਵਿੱਚ ਕਿਵੇਂ ਟਿਕੂਗਾ। ਅਤੇ ਜ਼ਿਆਦਾਤਰ ਪੁੱਛਦੇ ਹਨ ਸ਼ਬਦ ਦੇ ਵਿੱਚ ਸੁਰਤ ਕਿਵੇਂ ਜੋੜੀ। ਹਾਂ, ਉਸ ਸਮੇਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਸ਼ਬਦ ਦੇ ਵਿੱਚ ਸੁਰਤ ਜੋੜਨੀ ਸਿਖਾਲੀ ਸੀ, ਕਿਉਂਕਿ ਬੌਧਿਕ ਕੰਮ ਨਹੀਂ ਸਨ। ਕਿਸਾਨ ਹਲ ਵਾਹੁੰਦਾ ਹੀ ਸ਼ਬਦ ਦੇ ਵਿੱਚ ਸੁਰਤ ਜੋੜ ਸਕਦਾ ਸੀ। ਹੱਥਾਂ ਪੈਰਾਂ ਦੇ ਨਾਲ ਕੰਮ ਕਰਨਾ ਹੈ, ਹਾਥ ਪਾਂਵ ਕਰ ਕਾਮ ਸਭ ਚੇਤਨ ਰੰਜਨ ਨਾਲ। ਉਹ ਖੇਤਾਂ ਦੇ ਵਿੱਚ ਸੋਚਣ ਦੀ ਕੀ ਲੋੜ ਹੈ। ਅਤੇ ਸਰੀਰਕ ਮਿਹਨਤ ਜ਼ਿਆਦਾ ਸੀ, ਦਿਮਾਗੀ ਕੰਮ ਘੱਟ ਸੀ। ਉਸ ਸਮੇਂ ਫਿਰ ਸ਼ਬਦ ਦੇ ਵਿੱਚ ਸੁਰਤ ਜੋੜਨੀ ਬਹੁਤ ਸੁਖਾਲੀ ਸੀ, ਅਤੇ ਜੋੜਦੇ ਵੀ ਸਨ। ਪਰ ਅਜੋਕੇ ਸਮੇਂ ਦੇ ਵਿੱਚ ਸ਼ਬਦ ਦੇ ਨਾਲ ਜ਼ਿਆਦਾ ਜੋੜਿਆ ਜਾ ਰਿਹਾ ਹੈ। ਜਿੰਨੇ ਵੀ ਪ੍ਰਚਾਰਕ ਹਨ ਸਿੱਖਾਂ ਦੇ, ਜ਼ਿਆਦਾਤਰ ਇਹੋ ਹੀ ਵਾਰ-ਵਾਰ ਕਹਿੰਦੇ ਹਨ ਵੀ ਸ਼ਬਦ ਦੇ ਨਾਲ ਜੁੜੋ, ਸ਼ਬਦ ਦੇ ਵਿੱਚ ਮਿਟ ਜਾਓ, ਗੁਰਬਾਣੀ ਹੋ ਜਾਓ, ਗੁਰਬਾਣੀ ਬਣ ਜਾਓ।
ਪਰ ਸ਼ਬਦ ਦੇ ਵਿੱਚ ਮਿਟਣਾ ਬਹੁਤ ਕਠਿਨ ਹੈ। ਉਹਦੇ ਵਾਸਤੇ ਬਹੁਤ ਲੰਬਾ ਅਭਿਆਸ ਹੋਣਾ ਚਾਹੀਦਾ ਹੈ ਅਤੇ ਦਿਮਾਗੀ ਕੰਮ ਜਿਹੜਾ ਹੈ ਨਾ ਬਹੁਤ ਘੱਟ ਹੋਣਾ ਚਾਹੀਦਾ ਹੈ। ਕਿਉਂਕਿ ਜਿੰਨੇ ਤੁਸੀਂ ਵਿਚਾਰਾਂ ਤੋਂ ਮੁਕਤ ਹੋਵੋਗੇ, ਮਨ ਘੱਟ ਕੰਮ ਕਰੂਗਾ, ਦਿਮਾਗ ਘੱਟ ਸੋਚੂਗਾ, ਵਿਚਾਰ ਘੱਟ ਕਰੂਗੀ ਬੁੱਧੀ, ਓਨੇ ਤੁਸੀਂ ਸ਼ਾਂਤ ਹੋਵੋਗੇ। ਅਤੇ ਸ਼ਬਦ ਦੇ ਨਾਲ ਜਿਹੜੀ ਸੁਰਤ ਹੈ ਨਾ, ਉਹਨੂੰ ਜੋੜਨ ਵਾਸਤੇ ਇਕਾਂਤ ਦੀ ਲੋੜ ਹੈ। ਕੁਛ ਚਿਰ ਜਿਹੜਾ ਸ਼ਾਂਤ ਬੈਠ ਸਕਦਾ ਹੈ ਨਾ, ਰੋਜ਼ 2-4 ਘੰਟੇ, ਅਵਲ ਤੇ ਜ਼ਿਆਦਾ ਬੈਠੇਗਾ ਜਾਂ ਬੈਠੇ ਵੀ ਨਾ, ਇਕਾਂਤ 'ਚ ਰਵੇ। ਫਿਰ ਟੈਲੀਫੋਨ ਸਾਰਿਆਂ ਨੂੰ ਜ਼ਿਆਦਾ ਬਿਜੀ ਕਰ ਰਿਹਾ ਹੈ ਅਜੋਕੇ ਸਮੇਂ 'ਚ। ਜਿਹੜੇ ਵਿਹਲੇ ਹਨ ਨਾ ਘਰਾਂ ਦੇ ਵਿੱਚ, ਉਹ ਵੀ ਵਿਹਲੇ ਨਹੀਂ ਹਨ, ਉਹ ਵੀ ਟੈਲੀਫੋਨ ਦਾ ਉਪਯੋਗ ਕਰੀ ਜਾਂਦੇ ਹਨ, TV ਦੇਖਦੇ ਹਨ। ਅਤੇ ਹਰ ਇੱਕ ਹੀ ਬਿਜੀ ਹੈ। ਜਿਹੜਾ ਬਿਜੀ ਹੈ ਮਨ ਦੇ ਤਲ 'ਤੇ, ਬੁੱਧੀ ਦੇ ਤਲ 'ਤੇ ਸੋਚ ਰਿਹਾ ਹੈ ਸਾਰੀ ਦਿਹਾੜੀ, ਫਿਰ ਸ਼ਾਮ ਨੂੰ ਤੁਸੀਂ ਕਹੋਗੇ ਵੀ ਤੁਹਾਡਾ ਮਨ ਟਿਕ ਜਾਊਗਾ, ਜਾਂ ਸਵੇਰੇ ਉੱਠ ਕੇ ਤੁਸੀਂ ਬੈਠੋਗੇ ਧਿਆਨ ਦੇ ਵਿੱਚ, ਸੁਰਤ ਨੂੰ ਜੋੜੋਗੇ ਸ਼ਬਦ ਦੇ ਵਿੱਚ, ਜੁੜੂਗੀ ਥੋੜ੍ਹੀ। ਅਤੇ ਅਜੋਕੇ ਸਮੇਂ ਦੇ ਵਿੱਚ ਜਿਨ੍ਹਾਂ ਦਾ ਦਿਮਾਗੀ ਕੰਮ ਜ਼ਿਆਦਾ ਹੈ ਨਾ, ਉਹਨਾਂ ਨੂੰ ਸ਼ਬਦ ਦੇ ਵਿੱਚ ਸੁਰਤ ਜੋੜਨੀ ਬਹੁਤ ਔਖੀ ਹੈ। ਪਾਠ ਦੇ ਵਿੱਚ ਧਿਆਨ ਨਹੀਂ ਟਿਕਦਾ ਹੈ, ਬਾਣੀ ਪੜ੍ਹਦੇ ਹਨ ਲੋਕ, ਉੱਥੇ ਨਹੀਂ ਟਿਕਦਾ। ਹਿੰਦੂ ਗੀਤਾ ਦਾ ਪਾਠ ਕਰਦੇ ਹਨ, ਬਸ ਯਾਦ ਕੀਤਾ ਹੁੰਦਾ ਹੈ, ਧਿਆਨ ਥੋੜ੍ਹੀ ਟਿਕਦਾ ਹੈ ਕਿਸੇ ਦਾ, ਟਿਕ ਨਹੀਂ ਸਕਦਾ, ਵਿਚਾਰ ਚੱਲੀ ਜਾਂਦੇ। ਅਤੇ ਸ਼ਬਦ ਸੁਰਤ ਦਾ ਮਾਰਗ ਹੈ ਅਤੇ ਬਹੁਤ ਵਧੀਆ, ਕਿਸੇ ਦੀ ਵੀ ਲੋੜ ਨਹੀਂ ਹੈ, ਜ਼ਰੂਰਤ ਹੀ ਨਹੀਂ। ਸਿੱਧੇ ਹੀ ਤੁਸੀਂ ਸ਼ਬਦ ਦੇ ਵਿੱਚ ਸੁਰਤ ਨੂੰ ਜੋੜ ਸਕਦੇ ਹੋ, ਪਰ ਉਹਦੇ ਵਾਸਤੇ ਤੁਹਾਨੂੰ ਬਾਹਰੋਂ ਧਿਆਨ ਹਟਾਉਣਾ ਪਵੇਗਾ, ਵਿਚਾਰਾਂ ਤੋਂ ਮੁਕਤ ਹੋਣਾ ਪਵੇਗਾ। ਅਤੇ ਅਜੋਕੇ ਸਮੇਂ ਦੇ ਵਿੱਚ ਜਿਹੜਾ ਕੰਮ ਵੀ ਲੋਕ ਕਰਦੇ ਹਨ ਨਾ, ਮੈਂ ਵਾਰ-ਵਾਰ ਇਹੋ ਗੱਲ ਦੁਹਰਾ ਰਿਹਾ ਹਾਂ, ਉਹ ਬੌਧਿਕ ਹੈ। ਉਹਦੇ ਵਿੱਚ ਮਨ ਦੀ ਵਿਚਾਰਨਾ ਜ਼ਿਆਦਾ ਹੈ, ਸਹਿਜ ਨਹੀਂ ਹਨ। ਤਦੇ ਮੈਂ ਕਹਿੰਦਾ ਹਾਂ ਨਾ, ਜ਼ਿਆਦਾਤਰ ਧਾਰਮਿਕ ਲੋਕ ਭਗਤੀ, ਸ਼ਰਧਾ ਅਤੇ ਪ੍ਰੇਮ ਦੇ ਰਸਤੇ 'ਤੇ ਜਾਂਦੇ ਹਨ। ਅਤੇ ਜਿੰਨੇ ਵੀ ਸੇਵਾ ਭਾਵਨਾ ਵਾਲੇ ਹਨ, ਸੇਵਾ ਕਰਨ ਵਾਲੇ ਹਨ, ਉਹਨਾਂ ਦੇ ਅੰਦਰ ਪ੍ਰੇਮ ਹੈ, ਸ਼ਰਧਾ ਹੈ, ਤਾਂ ਹੀ ਸੇਵਾ ਕਰਦੇ ਹਨ। ਸੇਵ ਕੀਤੀ ਸੰਤੋਖਈ, ਜਿਨ ਸੱਚੋ ਸੱਚ ਧਿਆਇਆ, ਓਨੀ ਮੰਦੇ ਪੈਰ ਨਾ ਰੱਖਿਓਨ, ਕਰ ਸੁਕ੍ਰਿਤ ਧਰਮ ਕਮਾਇਆ। ਓਨੀ ਦੁਨੀਆ ਤੋੜੈ ਬੰਧਨਾ, ਅੰਨ ਪਾਣੀ ਥੋੜ੍ਹਾ ਖਾਇਆ, ਤੂੰ ਬਖਸ਼ੀਸੀ ਅਗਲਾ, ਨਿਤ ਦੇਵੇ ਚੜ੍ਹੇ ਸਵਾਇਆ। ਵਡਿਆਈ ਵੱਡਾ ਪਾਇਆ। ਇਹ ਸੇਵਾ ਕਰਨ ਵਾਲਿਆਂ ਵਾਸਤੇ ਉਪਦੇਸ਼ ਹੈ। ਅਤੇ ਪ੍ਰੇਮ ਦੇ ਮਾਰਗ 'ਤੇ
ਸੇਵਾ ਇੱਕ ਅੰਗ ਹੈ। ਜਿਵੇਂ ਸ਼ਬਦ ਸੁਰਤ ਦੇ ਮਾਰਗ 'ਤੇ ਇਕਾਂਤ 'ਚ ਬੈਠਣਾ, ਸ਼ਾਂਤ ਬੈਠਣਾ ਜ਼ਰੂਰੀ ਹੈ, ਇੱਦਾਂ ਹੀ ਪ੍ਰੇਮਾ ਭਗਤੀ ਦੇ ਮਾਰਗ 'ਤੇ ਸੇਵਾ, ਕਿਉਂਕਿ ਸੇਵਾ ਦੁਆਰਾ ਤੁਹਾਡੇ ਅੰਦਰ ਪ੍ਰੇਮ ਪੈਦਾ ਹੋਊਗਾ ਅਤੇ ਪ੍ਰੇਮ ਤੁਹਾਨੂੰ ਨਿਰਮਲ ਕਰੇਗਾ। ਅਤੇ ਆਪ ਜਦੋਂ ਨਿਰਮਲ ਹੁੰਦਾ ਹੈ ਆਦਮੀ, ਉਹਦੇ ਨਾਲ ਫਿਰ ਹੋਰ ਵੀ ਹੀ ਨਿਰਮਲ ਹੋ ਜਾਂਦੇ ਆ। ਇੱਕ ਸੇਵਾ ਕਰਨ ਵਾਲਾ ਹੋਵੇ ਨਾ, ਬਹੁਤ ਪ੍ਰੇਮ ਨਾਲ ਸ਼ਰਧਾ ਨਾਲ ਕਰਦਾ ਹੋਵੇ, ਅਤੇ ਦੂਸਰਿਆਂ 'ਤੇ ਵੀ ਅਸਰ ਹੋਣਾ ਸ਼ੁਰੂ ਹੋ ਜਾਂਦਾ। ਵੈਸੇ ਉਹਦੇ ਨਾਲ ਜੁੜਨੇ ਸ਼ੁਰੂ ਹੋ ਜਾਂਦੇ ਹਨ। ਅਤੇ ਪ੍ਰੇਮ ਦੇ ਵਿੱਚ ਸਾਰਿਆਂ ਵੱਡੀ ਰੁਕਾਵਟ ਇਹੋ ਹੀ ਹੈ ਵੀ ਆਦਮੀ ਕਲਪਨਾ ਕਰਨ ਲੱਗ ਜਾਂਦਾ ਹੈ, ਕਲਪਨਾਸ਼ੀਲ ਹੋ ਜਾਂਦਾ ਹੈ, ਅਤੇ ਸ਼ਬਦ ਸੁਰਤ ਦੇ ਮਾਰਗ 'ਤੇ ਧਿਆਨ ਟਿਕਦਾ ਨਹੀਂ ਹੈ। ਅਤੇ ਆਦਮੀ ਸੋਚਦਾ ਹੈ ਵੀ ਮੇਰਾ ਧਿਆਨ ਤਾਂ ਟਿਕਦਾ ਨਹੀਂ ਹੈ। ਅਤੇ ਜਦੋਂ ਉਹ ਕਹਿ ਰਹੇ ਹਨ ਵਾਰ ਵਾਰ ਤੁਸੀਂ ਅਲੱਗ ਹੋ ਬੁੱਧੀ ਨਾਲੋਂ, ਮਨ ਨਾਲੋਂ, ਹੰਕਾਰ ਨਾਲੋਂ, ਵਿਚਾਰਾਂ ਨਾਲ, ਅਤੇ ਆਪਾਂ ਇਹਨਾਂ ਨੂੰ ਅਲੱਗਾ ਮਹਿਸੂਸ ਕਰਦੇ ਵੀ ਵਿਚਾਰਾਂ ਤੋਂ ਮੁਕਤ ਤਾਂ ਹੋ ਨਹੀਂ ਰਹੇ ਹਾਂ, ਟਿਕ ਤਾਂ ਰਿਹਾ ਨਹੀਂ, ਆਪਾਂ ਇਹਦੇ ਤੋਂ ਅਲੱਗ ਮਹਿਸੂਸ ਕਰਦੇ ਹਾਂ। ਅਤੇ ਮਹਿਸੂਸ ਕੌਣ ਕਰ ਰਿਹਾ ਹੈ? ਮਨ। ਅਤੇ ਮਨ ਸੋਚ ਰਿਹਾ ਹੈ ਮੈਂ ਅਲੱਗ ਹਾਂ। ਪਹਿਲਾਂ ਸੋਚਦਾ ਸੀ ਮੈਂ ਇੱਕ ਹਾਂ, ਬੁੱਧੀ ਨਾਲ, ਮਨ ਨਾਲ, ਸਾਰਿਆਂ ਨਾਲ ਇੱਕ ਹਾਂ। ਹੁਣ ਸੋਚਣ ਲੱਗ ਪਿਆ ਮੈਂ ਅਲੱਗਾ, ਪਰ ਸੋਚ ਤਾਂ ਮਨ ਹੀ ਰਿਹਾ ਹੈ। ਨਹੀਂ, ਜਦੋਂ ਮਿਟ ਜਾਂਦਾ ਹੈ ਨਾ, ਉਦੋਂ ਸੋਚਣ ਵਾਲਾ ਵੀ ਨਹੀਂ ਰਹਿੰਦਾ। ਜਦੋਂ ਮੈਂ ਤੋਂ ਮੁਕਤੀ ਹੋ ਜਾਂਦੀ ਹੈ ਨਾ, ਖੁਦ ਹੀ ਮਿਟ ਜਾਂਦੀ ਹੈ, ਹੰਕਾਰ ਮਿਟ ਜਾਂਦਾ ਹੈ, ਤਾਂ ਉਦੋਂ ਫਿਰ ਇਹ ਵੀ ਕਹਿਣ ਵਾਲਾ ਨਹੀਂ ਨਾ ਰਹਿੰਦਾ ਹੈ ਵੀ ਮੈਂ ਮੁਕਤ ਹੋ ਗਿਆ। ਉੱਥੇ ਇਹ ਕਹਿਣ ਵਾਲਾ ਵੀ ਨਹੀਂ ਹੈ, ਕਿਉਂਕਿ ਜਿਹਦੇ ਤੋਂ ਮੁਕਤ ਹੋਇਆ ਹੈ ਨਾ, ਉਹ ਹੈ ਨਹੀਂ। ਇਹ ਮੁਕਤੀ ਤੋਂ ਬਾਅਦ ਹੀ ਪਤਾ ਲੱਗਦਾ ਹੈ। ਪਹਿਲਾਂ ਤਾਂ ਇਹੋ ਹੀ ਪਤਾ ਲੱਗਦਾ ਹੈ ਨਾ ਵੀ ਸੰਸਾਰ ਤੋਂ ਮੁਕਤ ਹੋਣਾ ਹੈ, ਵਿਚਾਰਾਂ ਤੋਂ ਮੁਕਤ ਹੋਣਾ ਹੈ, ਬੁੱਧੀ ਤੋਂ ਮੁਕਤ ਹੋਣਾ ਹੈ। ਅਤੇ ਤੁਸੀਂ ਖਿਆਲ ਕਰਦੇ ਹੋ, ਮਹਿਸੂਸ ਕਰਦੇ ਹੋ, ਪਰ ਜਿਹੜਾ ਮੁਕਤ ਹੋ ਜਾਂਦਾ ਹੈ ਨਾ, ਤੁਹਾਨੂੰ ਪਤਾ ਲੱਗਦਾ ਹੈ ਵੀ ਇੱਥੇ ਕੁਛ ਹੈ ਹੀ ਨਹੀਂ ਸੀ, ਇੱਥੇ ਤਾਂ ਇੱਕੋ ਹੀ ਹੈ। ਜਿਵੇਂ ਤੁਸੀਂ ਖਿਆਲ ਕਰੋ, ਸਾਗਰ ਦੇ ਉੱਪਰ ਲਹਿਰਾਂ ਹਨ, ਅਤੇ ਲਹਿਰ ਦੀ ਤਰ੍ਹਾਂ ਤੇ ਸੋਚਿਆ ਜਾ ਸਕਦਾ ਹੈ ਵੀ ਦੂਸਰੀਆਂ ਲਹਿਰਾਂ ਨਾਲੋਂ ਮੁਕਤ ਹੋਣਾ ਹੈ, ਖਿਆਲ ਹਟਾਉਣਾ ਹੈ। ਬਾਹਰ ਜੋ ਦੂਸਰੇ ਦਿਖ ਰਹੇ ਹਨ ਚਾਰ, ਪਰ ਇਹ ਜਿਹੜਾ ਸਾਗਰ ਦੇ ਵਿੱਚ ਥੱਲੇ ਉਤਰ ਜਾਂਦਾ ਹੈ, ਤਾਂ ਉੱਥੇ ਥੋੜ੍ਹੀ ਪਤਾ ਲੱਗਦਾ ਹੈ ਵੀ ਮੁਕਤ ਹੋਣਾ ਹੈ। ਉੱਥੇ ਤਾਂ ਸਾਰਾ ਸਾਗਰ ਇੱਕੋ ਹੀ ਹੈ ਨਾ। ਗਹਿਰਾਈ 'ਚ ਜਾ ਕੇ ਤਾਂ ਲਹਿਰਾਂ ਦਾ ਵੀ ਨਹੀਂ ਪਤਾ ਲੱਗਦਾ ਹੈ, ਲਹਿਰਾਂ ਵੀ ਨਹੀਂ ਹੈ। ਉੱਥੇ ਤਾਂ ਇੱਕੋ ਹੀ ਹੈ, ਉੱਥੇ ਖਿਆਲ ਵੀ ਨਹੀਂ ਰਹਿੰਦਾ ਹੈ, ਕਿਉਂਕਿ ਜਿਹੜਾ ਖਿਆਲ ਕਰਨ ਵਾਲਾ ਹੀ ਉਹ ਹੀ ਨਾ ਰਿਹਾ। ਉੱਥੇ ਇਹ ਵੀ ਨਹੀਂ ਪਤਾ ਲੱਗਦਾ ਹੈ ਵੀ ਮੈਂ ਮੁਕਤ ਹੋ ਗਿਆ। ਮੁਕਤ ਹੋਣਾ ਕਿਹਦੇ ਤੋਂ? ਦੂਸਰਾ ਕੋਈ ਥੋੜ੍ਹੀ। ਪਰ ਉੱਥੇ ਦੀ ਭਾਸ਼ਾ ਤੁਸੀਂ ਸਮਝ ਨਹੀਂ ਸਕਦੇ ਹੋ, ਤੁਹਾਡੀ ਪਕੜ 'ਚ ਨਹੀਂ ਆਉਂਦੀ, ਆ ਨਹੀਂ ਸਕਦੀ, ਬੁੱਧੀ ਦੀ ਪਕੜ 'ਚ ਕਦੀ ਆਏ ਨਹੀਂ। ਉਸ ਦੇਸ਼ ਦੀ ਭਾਸ਼ਾ ਬੁੱਧੀ ਨਹੀਂ ਪਕੜ ਸਕਦੀ।
ਤੇ ਜਦੋਂ ਸਭ ਕੁਛ ਹੀ ਮਿਟ ਗਿਆ ਤੇ ਫਿਰ ਕੀ ਹੋਊ? ਕਈ ਪੁੱਛਦੇ ਹਨ। ਕੁਛ ਵੀ ਨਹੀਂ ਹੋਊ। ਤੇ ਜੇ ਇਵੇਂ ਕਹਿ ਦਈਏ ਤੇ ਤਾਂ ਵੀ ਸਮਝ ਵਿੱਚ ਕਿਵੇਂ ਆਊਗਾ? ਕੁਛ ਤੇ ਹੋਊ, ਸਭ ਕੁਛ ਹੀ ਹੋਊ, ਫਿਰ ਵੀ ਕੁਛ ਨਹੀਂ ਹੋਊ। ਉਹਦੇ ਦੋਵੇਂ ਪਹਿਲੂ ਹਨ, ਸਮੱਗਰ ਵੀ ਹੈ ਤੇ ਸੁੰਨ ਵੀ ਹੈ। ਉੱਥੇ ਦੋਵੇਂ ਮਿਲ ਜਾਂਦੇ ਹਨ। ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾ। ਉੱਥੇ ਸਭ ਇੱਕ ਹੋ ਜਾਂਦਾ ਹੈ। ਪਰ ਬਾਹਰ ਜਿੰਨਾ ਚਿਰ ਆਪਣਾ ਧਿਆਨ ਹੈ ਨਾ, ਆਪਾਂ ਸੰਸਾਰ ਨੂੰ ਦੇਖ ਰਹੇ ਹਾਂ, ਵਿਚਾਰ ਰਹੇ ਹਾਂ। ਵਿਚਾਰ ਕੌਣ ਰਿਹਾ ਹੈ? ਤੁਸੀਂ ਵਿਚਾਰ ਰਹੇ ਹੋ ਨਾ। ਤੇ ਵਿਚਾਰਾਂ ਤੋਂ ਮੁਕਤ ਹੋਣਾ ਹੈ। ਐਸਾ ਸੋਚਣਾ ਨਹੀਂ ਹੈ ਮੈਂ ਅਲੱਗਾ ਹਾਂ, ਮੈਂ ਬੁੱਧੀ ਨਾਲੋਂ ਅਲੱਗਾ ਹਾਂ। ਅਲੱਗਾ ਹੋ ਹੀ ਤੁਸੀਂ, ਸਿਰਫ ਖਿਆਲ ਹਟਾਓ, ਵਿਚਾਰਾਂ ਤੋਂ ਮੁਕਤ ਹੋ ਜਾਓ। ਤੇ ਵਿਚਾਰਾਂ ਤੋਂ ਮੁਕਤ ਹੋਣ ਦੇ ਜੇ ਇਹ ਦੋ ਢੰਗ ਹਨ। ਜੇ ਸ਼ਬਦ ਦੇ ਵਿੱਚ ਸੁਰਤ ਜੋੜ ਸਕਦੇ ਹੋ ਤੇ ਸ਼ਬਦ ਦੇ ਵਿੱਚ ਸੁਰਤ ਜੋੜ ਲਓ, ਨਹੀਂ ਤੇ ਦੂਸਰਾ ਪ੍ਰੇਮਾ ਭਗਤੀ ਦਾ ਮਾਰਗ ਹੈ। ਪ੍ਰੇਮ ਦੁਆਰਾ ਤੁਹਾਡਾ ਧਿਆਨ ਸੰਸਾਰ ਵਿੱਚੋਂ ਹਟ ਸਕਦਾ ਹੈ। ਜਿਵੇਂ ਮੈਂ ਪਿੱਛੇ ਗੱਲ ਕੀਤੀ ਸੀ, ਗੁਰੂ ਰਾਮਦਾਸ ਜੀ ਦਾ ਧਿਆਨ ਹਟ ਗਿਆ ਸਾਰੇ ਪਾਸੇ ਤੋਂ, ਗੁਰੂ ਦੇ ਨਾਲ ਜੁੜ ਗਿਆ। ਪ੍ਰੇਮ ਸੀ ਨਾ, ਸ਼ਰਧਾ ਸੀ। ਸ਼ਰਧਾ ਦੁਆਰਾ ਜੁੜਦਾ ਹੈ। ਇਹ ਪ੍ਰੇਮ ਦਾ ਮਾਰਗ ਦੂਸਰੇ ਪਾਸੇ ਤੋਂ ਟੁੱਟ ਜਾਂਦਾ ਹੈ, ਪਰ ਉਹ ਵੀ ਗਹਿਰੇ ਪ੍ਰੇਮ ਦੇ ਵਿੱਚ ਹੁੰਦਾ ਹੈ। ਹੁਣ ਗੁਰੂ ਸਾਹਿਬ ਜੀ ਕੋਲ ਤੇ ਬਹੁਤ ਸਿੱਖ ਸਨ, ਸਾਰਿਆਂ ਦਾ ਥੋੜ੍ਹੀ ਟੁੱਟਿਆ। ਕਈ ਤੇ ਈਰਖਾ ਵੀ ਕਰਦੇ ਰਹੇ। ਨਹੀਂ, ਜਿਹੜੇ ਪ੍ਰੇਮ ਕਰਦੇ ਸਨ, ਜਿਹੜੇ ਉਹਨਾਂ ਦੇ ਵਿੱਚ ਲੀਨ ਹੋ ਗਏ। ਜਿਹੜਾ ਲੀਨ ਹੋ ਗਿਆ ਉਹ ਇੱਕ ਹੋ ਹੀ ਜਾਏਗਾ ਨਾ। ਮੁਕਤ ਪੁਰਸ਼ ਦੇ ਵਿੱਚ ਜਿਹੜਾ ਲੀਨ ਹੋ ਗਿਆ ਉਹ ਵੀ ਮੁਕਤ ਹੋ ਜੂ। ਤੇ ਲੀਨ ਹੋਣਾ ਹੈ ਦੋ ਢੰਗ ਦੇ ਨਾਲ। ਇੱਕ ਤੇ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਂਗੂ ਬਾਹਰੋਂ ਤਿਆਗਦੇ ਜਾਓ, ਛੱਡਦੇ ਜਾਓ, ਆਪਣੇ ਅੰਦਰ ਧਿਆਨ ਲਾਉਂਦੇ ਜਾਓ, ਲਾਉਂਦੇ ਜਾਓ, ਲਾਉਂਦੇ ਜਾਓ, ਸ਼ਬਦ ਦੇ ਵਿੱਚ ਸੁਰਤ ਜੋੜ। ਪਰ ਬਾਹਰੋਂ ਤੁਹਾਨੂੰ ਥੋੜ੍ਹਾ ਜਿਹਾ ਬੌਧਿਕ ਕੰਮ ਵੀ ਛੱਡਣੇ ਪੈਣਗੇ, ਵਿਚਾਰਨਾ ਵੀ ਘੱਟ ਕਰਨਾ ਪਵੇਗਾ, ਸੋਚਣਾ ਵੀ ਘਟਾਓਗੇ, ਤਾਂ ਹੀ ਤੁਸੀਂ ਸ਼ਾਂਤ ਹੋਗੇ। ਜਿਵੇਂ ਪਿੱਛੇ ਕਿਹਾ ਵੀ ਤੇਜ਼ ਸਪੀਡ 'ਚ ਗੱਡੀ ਜਾਂਦੀ ਹੋਵੇ, ਇੱਕਦਮ ਨਹੀਂ ਨਾ ਰੁਕ ਸਕਦੀ, ਹੌਲੀ ਹੌਲੀ ਰੋਕੋ, ਰੁਕਦੀ ਰੁਕੇਗੀ। ਤੇ ਦੂਸਰਾ ਹੈ ਭਾਵਨਾ ਭਗਤੀ।